ਵੱਡੇ ਭਰਾ ਨੂੰ ਜਿਸਲੇ ਨਿੱਕੇ ਭਰਾ ਦੇ ਬਾਰੇ ਚ ਪਤਾ ਲੱਗਾ, ਉਹਨੇ ਬਾਹਰ ਦੇ ਮੁਲਕ ਨੂੰ ਛੱਡ ਕੇ ਪਾਕਿਸਤਾਨ ਜਾਣ ਦਾ ਫੈਸਲਾ ਕੀਤਾ। ਉਹਨੂੰ ਨਿੱਕਾ ਭਰਾ ਜਿਹੜਾ ਬੜੇ ਲਾਡਲਾ ਆ, ਹਮੇਸ਼ਾ ਉਹ ਪਹਿਲੀ ਪੋਜੀਸ਼ਨ ਲੈਂਦਾ, ਬਹੁਤ ਜ਼ਿਆਦਾ ਲਾਇਕ ਆਇਆ। ਘਰ ਦੇ ਵੀ ਉਹਦੇ ਬਹੁਤ ਜ਼ਿਆਦਾ ਖੁਸ਼ ਸੀ, ਹਮੇਸ਼ਾ ਉਹਦੇ ਵਾਸਤੇ ਮਹੀਨੇ ਦੇ ਮਹੀਨੇ ਖਰਚਾ ਟੋਰਦਾ ਸੀ। ਨਵਾਂ ਉਹਨੂੰ ਮੋਟਰਸਾਈਕਲ ਲੈ ਕੇ ਦਿੱਤੇ ਸੀ, ਇਸੇ ਵਜ੍ਹਾ ਤੋਂ ਕਿ ਮੇਰਾ ਭਰਾ ਬਹੁਤ ਜ਼ਿਆਦਾ ਲਾਇਕ ਹੈ। ਅਗੂ 10ਵੀਂ ਚ ਵੀ ਉਹਨੇ ਪਹਿਲੀ ਪੋਜੀਸ਼ਨ ਲਈ ਸੀ। ਤੁਹਾਨੂੰ ਪਤਾ ਹੈ ਅਕਸਰ ਬਾਹਰ ਦੇ ਮੁਲਕਾਂ ਜਿਹੜਾ ਜਿਸਲੇ ਬੱਚਾ ਨਵਾਂ ਜਿਹੜਾ ਸਕੂਲ ਜਾਂਦਾ ਜਾਂ ਕਾਲਜ ਜਾਂਦਾ, ਅਗੂ ਵੱਡੇ ਬੱਚੇ ਜਿਹੜੇ ਉਹਨੂੰ ਤੰਗ ਕਰਦੇ ਨੇ, ਯਾਨੀ ਕਿ ਬੁਲਿੰਗ ਕਰਦੇ। ਲੇਕਿਨ ਪਾਕਿਸਤਾਨ ਵੀ ਕੋਈ ਘੱਟ ਨਹੀਂ ਹੈ, ਉੱਥੇ ਦੇ ਬੱਚੇ ਜਿਹੜੇ ਕੁਝ ਜ਼ਿਆਦਾ ਹੀ ਸ਼ਰਾਰਤਾਂ ਕਰ ਜਾਂਦੇ ਨੇ। ਉਹਦਾ ਭਰਾ ਜਿਹੜਾ ਹੁਣ ਅਗੂ ਉਹਨੇ ਕਾਲਜ ਸ਼ੁਰੂ ਕਰਨਾ ਸੀ, ਉਹਨੇ ਜਨਾਬ ਉਹਨੂੰ ਚੰਗਾ ਭਲਾ ਖਰਚਾ ਟੋਰਿਆ ਕਿ ਨਵੇਂ ਸੂਟ ਪਾ ਕੇ ਜਾਏ, ਤੂੰ ਕਾਲਜ ਜਾਣਾ, ਬੜਾ ਖੁਸ਼ ਹੈ, ਚਲੋ 14 ਜਮਾਤਾਂ ਕਰ ਲੈ, ਫਿਰ ਉਹਨੂੰ ਸਟੂਡੈਂਟ ਦੇ ਵੀਜ਼ੇ ਤੇ ਇੱਥੇ ਬਾਹਰ ਲੈ ਆਵਾਂਗਾ। ਘਰਦਿਆਂ ਨੂੰ ਕਹਿੰਦਾ ਕਿ ਇਹਨੂੰ ਕੁਝ ਵੀ ਨਾ ਆਖਿਆ ਕਰੋ। ਉਹ ਜਵਾਨ ਜਿਸਲੇ ਉੱਥੇ ਕਾਲਜ ਗਿਆ ਤੇ ਅੱਗੇ ਵੱਡੇ ਮੁੰਡੇ ਸੀ, ਐ ਵੀ ਸੋਹਣਾ ਸੀ ਬਹੁਤ ਜ਼ਿਆਦਾ। ਜਿਸਲੇ ਕਲਾਸ 'ਚ ਗਿਆ, ਅਗੂ ਕਲਾਸ ਦੇ ਮੁੰਡੇ ਵੀ ਉਹਨੂੰ ਜਿਹੜਾ ਵੱਡੇ ਤੰਗ ਕਰਨ ਲੱਗ ਪਏ। ਉਹਨੂੰ ਨਹੀਂ ਸੀ ਪਤਾ ਕਿ ਕਾਲਜ ਦਾ ਇਸ ਤਰ੍ਹਾਂ ਦਾ ਮਾਹੌਲ ਹੋਣਾ। ਉਹ ਬੜਾ ਨਾਰਾਜ਼ ਹੋਇਆ, ਘਰ ਆ ਕੇ ਹਮੇਸ਼ਾ ਕਹਿੰਦਾ ਕਿ ਮੈਂ ਕਾਲਜ ਨਹੀਂ ਜਾਣਾ। ਘਰ ਦੇ ਕਹਿੰਦੇ ਪੁੱਤਰ ਅੱਗੇ ਤੇ ਤੂੰ ਕਦੇ 10ਵੀਂ ਤੱਕ ਛੁੱਟੀ ਨਹੀਂ ਕੀਤੀ, ਹੁਣ ਜਦੋਂ ਦਾ ਤੂੰ ਕਾਲਜ ਸ਼ੁਰੂ ਕੀਤਾ ਰੋਜ਼ ਦੂਸਰੇ ਦਿਹਾੜੇ ਤੂੰ ਛੁੱਟੀ ਕਰ ਲੈਂਦਾ। ਨਹੀਂ ਮੇਰਾ ਨਹੀਂ ਦਿਲ ਕਰਦਾ ਕਾਲਜ ਨੂੰ ਜਾਣ ਨੂੰ। ਅਗੂ ਵੱਡਾ ਭਰਾ ਜਿਹੜਾ ਉਹ ਵੀ ਫੋਨ ਕਰਕੇ ਆਦਾ, ਉਹਨੇ ਕਿਹਾ ਗੱਲ ਸੁਣ, ਚੁੱਪ ਕਰਕੇ ਕਾਲਜ ਜਾਇਆ ਕਰ, ਇਹ ਕੰਮ ਚੰਗਾ ਨਹੀਂ ਹੈ ਜਿਹੜਾ ਤੂੰ ਛੁੱਟੀਆਂ ਕਰਨ ਲੱਗ ਪਏ। 14 ਪੜ੍ਹਨੀਆਂ ਤਾਂ ਤੇਰਾ ਮੈਂ ਸਟੂਡੈਂਟ ਵੀਜ਼ਾ ਲਵਾ ਕੇ ਤੈਨੂੰ ਬਾਹਰ ਲਿਆਉਣਾ। ਉਹ ਅਗੂ ਵੱਡੇ ਭਰਾ ਨਾਲ ਕੋਈ ਗੱਲ ਨਹੀਂ ਸੀ ਕਰਦਾ। ਜਿਸਲੇ ਘਰਦਿਆਂ ਜ਼ਿਆਦਾ ਤੰਗ ਕਰਨਾ ਸ਼ੁਰੂ ਕੀਤਾ ਤੇ ਫਿਰ ਉਹ ਇੰਜ ਕਰਦਾ ਸੀ, ਕਾਲਜੂ ਜਿਹੜਾ ਉਹ ਬਾਹਰ ਜਾ ਕੇ ਬਹਿ ਰਹਿੰਦਾ ਸੀ। ਲੇਕਿਨ ਜਿਹੜੇ ਵੱਡੇ ਮੁੰਡੇ ਨੇ ਉਹਨਾਂ ਨੂੰ ਪਤਾ ਸੀ ਕਿ ਬਾਹਰ ਜਾ ਕੇ ਬੈਠੇ ਆ। ਉਹ ਵੱਡੇ ਮੁੰਡੇ ਉਹਦੇ ਮਗਰ ਉੱਥੇ ਟੁਰ ਜਾਂਦੇ, ਜਾ ਕੇ ਉਹਦੇ ਨਾਲ ਸ਼ਰਾਰਤਾਂ ਕਰਦੇ ਰਹਿੰਦੇ ਸੀ ਗੰਦੀਆਂ ਗੰਦੀਆਂ। ਲੇਕਿਨ ਉਹ ਅੱਗੂ ਜਿਹੜਾ ਨਸ ਪੈਂਦਾ ਸੀ ਅੱਗੇ ਪਿੱਛੇ। ਉਹ ਬੜਾ ਤੰਗ ਆ, ਕਿਸੇ ਨੂੰ ਦੱਸ ਵੀ ਨਹੀਂ ਸੀ ਸਕਦਾ। ਇੱਕ ਦਿਨ ਇੰਜ ਹੋਇਆ ਕਿ ਉਹ ਵੱਡੇ ਮੁੰਡੇ ਜਿਹੜੇ ਨੇ ਉਹਨਾਂ ਨੂੰ ਫੜ ਕੇ ਤੇ ਇੱਕ ਸਾਈਡ ਤੇ ਲੈ ਗਏ, ਨਾਲ ਹੀ ਕੋਈ ਝਾੜੀਆਂ ਛਾੜੀਆਂ ਸੀ। ਉਹ 2-3 ਮੁੰਡਿਆਂ ਨੇ ਰਲ ਕੇ ਉਹਦੇ ਨਾਲ ਜ਼ਿਆਦਤੀ ਕਰ ਦਿੱਤੀ। ਜਿਸਲੇ ਉਹਦੇ ਨਾਲ ਜ਼ਿਆਦਤੀ ਕੀਤੀ, ਉਹ ਰੋਂਦਾ ਤੇ ਕੱਪੜੇ ਉਹਦੇ ਗੰਦੇ। ਜ਼ਾਰੀ ਗੱਲ ਹੈ ਉਹ ਉਹਨੂੰ ਲੜਾਈ ਕਰਨ ਦੀ ਉਹਨੇ ਕੋਸ਼ਿਸ਼ ਕੀਤੀ, ਲੇਕਿਨ ਉਹ ਕੁਝ ਵੀ ਨਾ ਕਰ ਸਕਿਆ। ਉਹ 3 ਮੁੰਡੇ ਸੀ, ਉਹਨਾਂ ਬਾਹਾਂ ਸ਼ਾਵਾਂ ਫੜ ਕੇ ਉਹਦੇ ਨਾਲ ਜ਼ਿਆਦਤੀ ਕਰ ਦਿੱਤੀ। ਉਹ ਜਿਸਲੇ ਘਰ ਆਇਆ, ਘਰ ਦੇ ਤਾਕੇ ਪਰੇਸ਼ਾਨ ਹੋ ਗਏ ਕਿ ਮੁੰਡਿਆ ਤੇਰੇ ਨਾਲ ਕਿਉਂ ਹੋਇਆ, ਕਿਉਂ ਗੰਦੇ ਕੱਪੜੇ ਕੀਤੇ, ਨਹੀਂ ਕਿਸੇ ਨਾਲ ਲੜ ਕੇ ਆਏ। ਉਹਨੇ ਅੱਗੂ ਕਿਸੇ ਨੂੰ ਦੱਸਿਆ ਵੀ ਕੋਨਾ। ਉਹਨੇ ਆਖਿਆ ਜੀ ਅੱਗੂ ਤੀ ਮੈਂ ਕਾਲਜ ਕਿਉਂ ਨਹੀਂ ਜਾਣਾ। ਉਹਨੇ ਆਖਿਆ ਗੱਲ ਕੀ ਹੋਈ ਹੈ, ਤੂੰ ਕਾਲਜ ਕਿਉਂ ਨਹੀਂ ਜਾਣਾ। ਅੱਗੂ ਦਾ ਪਿਓ ਵੀ ਘਰ ਸੀ। ਉਹਨੇ ਆਖਿਆ ਪੁੱਤਰ ਮੈਂ ਤੈਨੂੰ ਕੰਨੂ ਫੜ ਕੇ ਤੇ ਕਾਲਜ ਛੱਡ ਕੇ ਆਵਾਂਗਾ। ਇੱਕ ਦਿਨ ਤੇ ਉਹ ਕਾਲਜ ਕੋ ਨਾ ਗਿਆ। ਉਹਨੇ ਆਖਿਆ ਅੱਗੇ ਤੂੰ ਬੜਾ ਲਾਇਕ ਸੇ 5 ਟਾਈਮ ਦੀ ਤੂੰ ਨਮਾਜ਼ ਪੜਦਾ ਹੈ, ਹੁਣ ਜਿਹੜਾ ਤੂੰ ਕਹਿੰਦੇ ਮੈਂ ਕਾਲਜ ਨਹੀਂ ਜਾਣਾ। ਪਿਓ ਨੇ ਜ਼ਬਰਦਸਤੀ ਉਹਨੂੰ ਬਾਹੋਂ ਫੜਿਆ ਤੇ ਲੈ ਗਿਆ ਕਾਲਜ। ਜਿਸਲੇ ਕਾਲਜ ਲੈ ਕੇ ਗਿਆ, ਉੱਥੇ ਮੁੰਡਿਆਂ ਨੂੰ ਪਹਿਲਾਂ ਤੇ ਪਤਾ ਕੋ ਨਹੀਂ ਸੀ। ਉਹ ਚੁੱਪ ਕਰਕੇ ਕਲਾਸ 'ਚ ਬਹਿ ਰਿਹਾ। ਉੱਥੇ ਵੀ ਮੁੰਡੇ ਬੜੀਆਂ ਸ਼ਰਾਰਤਾਂ ਕਰਦੇ ਸੀ। ਉਹ ਜਿਸਲੇ ਸਾਰੀ ਕਲਾਸ ਨੂੰ ਪਤਾ ਲੱਗਾ ਕਿ ਫਲਾਣੇ ਮੁੰਡਿਆਂ ਨੇ ਇਹਨੂੰ ਝਾੜੀ 'ਚ ਖੜ ਕੇ ਤੇ ਇਹਦੇ ਨਾਲ ਜ਼ਿਆਦਤੀ ਕੀਤੀ ਹੈ। ਜ਼ਾਹਰੀ ਗੱਲ ਹੈ ਕਾਲਜ ਪੜਦਾ ਸੀ ਮੁੰਡਾ, ਇਹਦੀ ਇੱਜ਼ਤ ਤੇ ਕੋਈ ਹੈ ਸੀ। ਜ਼ਾਹਰੀ ਹਮੇਸ਼ਾ 10ਵੀਂ ਤੱਕ ਪਹਿਲੀ ਉਹਨੇ ਪੋਜੀਸ਼ਨ ਲਈ ਸੀ। ਉਹਨੂੰ ਜਿਸਲੇ ਕਲਾਸ ਵਾਲਿਆਂ ਨੂੰ ਪਤਾ ਲੱਗਾ, ਉਹਨਾਂ ਤੰਗ ਕਰਨਾ ਸ਼ੁਰੂ ਕਰਤਾ। ਇਹਦੇ ਨਾਲ ਜਿਹੜਾ ਹਰ ਮੁੰਡਾ ਜਿਹੜਾ ਗੰਦੀ ਹਰਕਤ ਕਰਦਾ ਸੀ, ਹੱਥ ਮਾਰਦਾ ਸੀ ਇਹਦੇ ਪਿੱਛੇ ਤੇ ਅੱਗੂ ਰੋਣ ਲੱਗ ਪੈਂਦਾ ਸੀ, ਔਰ ਕਰ ਵੀ ਕੁਝ ਨਹੀਂ ਸੀ ਸਕਦਾ। ਇਹਨੇ ਘਰ ਆਖਿਆ ਕਿ ਮੈਂ ਹੁਣ ਕਾਲਜ ਕੋਈ ਨਹੀਂ ਜਾਣਾ, ਮੈਨੂੰ ਦੁਬਾਰਾ ਨਾ ਤੁਸੀਂ ਆਖਿਓ। ਉਹਨੇ ਆਖਿਆ ਪੁੱਤਰ ਗੱਲ ਸੁਣ ਲੈ, ਤੈਨੂੰ 14 ਪੜ੍ਹਨੀਆਂ ਪੈਣੀਆਂ ਨੇ, ਉਸ ਤੋਂ ਬਾਅਦ ਤੇਰਾ ਭਰਾ ਜਿਸ ਤਰ੍ਹਾਂ ਆਖੇਗਾ ਤੂੰ ਉਂਝ ਕਰਨਾ। ਉਹ ਜ਼ਬਰਦਸਤੀ ਕਰ ਉਹਨੇ ਇੰਝ ਕੀਤਾ ਕਿ ਘਰੋਂ ਨਸ ਗਿਆ। ਜਿਸਲੇ ਘਰੋਂ ਨਸ ਕੇ ਗਿਆ ਤੇ ਘਰਦਿਆਂ ਨੂੰ ਫਿਕਰ ਲੱਗ ਗਈ ਕਿ ਮੁੰਡਾ ਸਾਡਾ ਗਿਆ ਕਿੱਧਰ ਹੈ। ਉਹਨਾਂ ਕਾਲਜੂ ਪਤਾ ਕੀਤਾ, ਕਾਲਜ ਵੀ ਕਿਸੇ ਨੇ ਕੋਈ ਗੱਲ ਨਾ ਦੱਸੀ। ਹਰ 10-15 ਦਿਨ ਬਾਅਦ ਉਹ ਫੇਰ ਵਾਪਸ ਆ ਗਿਆ ਕਿ ਉਹ ਧੱਕੇ ਠੁੱਡੇ ਖਾ ਕੇ। ਜਿਸਲੇ ਵਾਪਸ ਘਰ ਆਇਆ, ਘਰਦਿਆਂ ਨੇ ਆਖਿਆ ਪੁੱਤਰ ਤੂੰ ਜੋ ਮਰਜ਼ੀ ਕਰ ਲੈ, ਕਾਲਜ ਤੂੰ ਜਾਣੇ ਜਾਣਾ। ਭਰਾ ਨੇ ਵੀ ਫੋਨ ਕੀਤਾ, ਉਹਨੇ ਆਖਿਆ ਮੈਂ ਤੇਰਾ ਖਰਚਾ ਬੰਦ ਕਰ ਦੇਣਾ ਅਗਰ ਤੂੰ ਜਿਹੜਾ ਵਾਪਸ ਕਾਲਜ ਨਾ ਗਿਆ। ਉਹਨਾਂ ਜਨਾਬ ਜਿਸਲੇ ਜ਼ਬਰਦਸਤੀ ਕਰਨੀ ਸ਼ੁਰੂ ਕੀਤੀ, ਉਹ ਮੁੰਡਿਆਂ ਨੇ ਫੇਰ ਦੁਬਾਰਾ ਫੜ ਕੇ ਉਹਦੇ ਨਾਲ ਜਿਸਲੇ ਜ਼ਿਆਦਤੀ ਕੀਤੀ ਹੈ, ਉਹ ਕਾਬੂ ਤੋਂ ਬਾਹਰ ਹੋ ਗਿਆ। ਉਹਨੇ ਆ ਕੇ ਘਰ ਇੰਝ ਕੀਤਾ, ਕਮਰੇ 'ਚ ਵੜ ਕੇ ਪੱਖੇ ਨਾਲ ਲਟਕ ਕੇ ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਘਰਦਿਆਂ ਨੇ ਜਿਹੜਾ ਐਨ ਟਾਈਮ ਤੇ ਤੱਕ ਲਿਆ। ਉਹਨਾਂ ਤੱਕਦਿਆਂ ਸਾਹ ਦਰਵਾਜ਼ਾ ਭੰਨ ਕੇ ਜਿਸਲੇ ਅੰਦਰ ਗਏ ਤੇ ਉਹਨਾਂ ਨੂੰ ਬੜੀ ਪਰੇਸ਼ਾਨੀ ਲੱਗੀ। ਉਹਨੇ ਆਖਿਆ ਤੂੰ ਖੁਦਕੁਸ਼ੀ ਕਿਉਂ ਕਰਨੇ ਪਿਆ। ਉਹਨੇ ਆਖਿਆ ਜੀ ਬਸ ਮੈਂ ਕਾਲਜ ਨਹੀਂ ਜਾਣਾ। ਉਹਨੇ ਆਖਿਆ ਤੂੰ ਕਾਲਜ ਕਿਉਂ ਨਹੀਂ ਜਾਣਾ, ਕਾਲਜ ਤੇਰੇ ਨਾਲ ਹੋਇਆ ਕੀ? ਉਹ ਦੱਸਦਾ ਨਹੀਂ ਸੀ। ਵੱਡੇ ਭਰਾ ਨੂੰ ਜਿਸਲੇ ਪਤਾ ਲੱਗਾ, ਉਹ ਵੀ ਟੈਨਸ਼ਨ ਲੈ ਗਿਆ। ਉਹਨੇ ਆਖਿਆ ਤੂੰ ਕਮ ਸੇ ਕਮ ਦੱਸ ਤੇ ਸਹੀ, ਖੁਦਕੁਸ਼ੀ ਕਿਉਂ ਕਰਨੇ ਪਿਆ? ਪੜ੍ਹਾਈ ਕਿਹੜਾ ਕੋਈ ਮੁਸ਼ਕਲ ਹੈ? ਪਹਿਲਾਂ ਤੂੰ ਹਮੇਸ਼ਾ ਪਹਿਲੀ ਪੋਜੀਸ਼ਨ ਲੈਂਦਾ, ਹੁਣ ਤੂੰ ਪਿਆ ਕਹਿੰਨੇ ਕਿ ਮੈਂ ਕਾਲਜ ਨਹੀਂ ਜਾਣਾ। ਉਹਨੇ ਆਖਿਆ ਬਸ ਤੁਸੀਂ ਜੋ ਮਰਜ਼ੀ ਕਰ ਲਓ, ਲੇਕਿਨ ਮੈਂ ਹੁਣ ਕਾਲਜ ਕੋ ਨਹੀਂ ਜਾਣਾ। ਉਹ ਜਿਸਲੇ ਘਰਦਿਆਂ ਨੇ ਜ਼ਿਆਦਾ ਟੈਨਸ਼ਨ ਬਣਾਈ, ਉਹਨੇ ਆਖਿਆ ਅੱਬਾ ਜੀ ਜਾਓ ਹਾਂ ਇੱਕ ਵਾਰੀ ਕਾਲਜ ਤੂੰ ਜਾ ਕੇ ਕਿਸੇ ਮੁੰਡੇ ਕੋਲੋਂ ਪਤਾ ਕਰੋ। ਉਹ ਜਿਸਲੇ ਅੱਬਾ ਜੀ ਗਏ ਕਾਲਜ, ਜਾ ਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਇੱਕ ਮੁੰਡੇ ਨੇ ਦੱਸਿਆ, ਉਹਨੇ ਆਖਿਆ ਅੰਕਲ ਜੀ ਇਹਦੇ ਨਾਲ ਜਿਹੜਾ 2 ਵਾਰੀ ਜ਼ਿਆਦਤੀ ਹੋ ਬੈਠੀ ਹੈ। ਫਲਾਣੇ ਜਿਹੜੇ ਕਲਾਸ ਦੇ ਮੁੰਡੇ ਨੇ, ਉਹਨਾਂ 3 ਮੁੰਡਿਆਂ ਨੇ ਰਲ ਕੇ ਇਹਦੇ ਨਾਲ ਜਿਹੜਾ ਸ਼ਰਾਰਤਾਂ ਕੀਤੀਆਂ ਨੇ, ਜਾ ਕੇ ਝਾੜੀ 'ਚ ਖੜ ਕੇ। ਪਹਿਲਾਂ ਇੱਕ ਵਾਰੀ ਕੀਤੀ ਹੈ, ਉਹਨੇ ਬਰਦਾਸ਼ਤ ਕਰ ਲਈ ਹੈ, ਔਰ ਦੂਸਰੀ ਵਾਰੀ ਫੇਰ ਉਹਨਾਂ ਕੀਤੀ ਹੈ। ਤੇ ਹੁਣ ਜਿਹੜਾ ਉਹ ਕਹਿੰਦਾ ਮੈਂ ਦੁਬਾਰਾ ਨਹੀਂ ਆਉਣਾ, ਨਹੀਂ ਤੇ ਮੈਂ ਜਾਨ ਆਪਣੀ ਲੈ ਲਾਂਗਾ। ਉਹ ਜਿਸਲੇ ਵੱਡੇ ਭਰਾ ਨੂੰ ਪਤਾ ਲੱਗਾ, ਉਹਦੇ ਤੇ ਤਨ ਮਨ 'ਚ ਅੱਗ ਲੱਗੀ ਕਿ ਮੇਰਾ ਨਿੱਕਾ ਭਰਾ ਐਡਾ ਲਾਡਲਾ ਸੀ, ਉਹਨੇ ਤੇ ਬੜੇ ਹਮੇਸ਼ਾ
हमेशा पहली पोजीशन ਲਈ है। ਇਹ ਕਿਹੜੇ ਬੰਦੇ ਆ ਗਏ ਨੇ ਜਿਹੜੇ ਮੇਰੇ ਭਰਾ ਨਾਲ ਜ਼ਿਆਦਤੀ ਕੀਤੀ। ਉਹ ਜਨਾਬ ਇੱਥੇ ਚੰਗੀ ਭਲੀ ਮਜ਼ਦੂਰੀ ਕਰਦਾ ਵਿਚਾਰਾ ਸ਼ਰੀਫ ਬੰਦਾ ਸੀ। ਉਹਨੇ ਤੇ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਕਿਸੇ ਨਾਲ ਇਸ ਤਰ੍ਹਾਂ ਜ਼ਿਆਦਤੀ ਕਰਾਂਗਾ। ਉਹਨੇ ਫੈਸਲਾ ਇਹ ਕੀਤਾ ਕਿ ਆਪਣੇ ਭਰਾ ਨੂੰ ਆਖਿਆ ਕਿ ਤੂੰ ਫਿਕਰ ਨਾ ਕਰ, ਮੈਂ ਆਪੂ ਆਉਣ ਲੱਗਾ ਪਾਕਿਸਤਾਨ ਤੇ ਮੈਂ ਸਾਰੇ ਮਸਲੇ ਨੂੰ ਦੇ ਲੈਣ। ਉਹਨੇ ਕਿਹਾ ਭਾ ਤੂੰ ਜੋ ਮਰਜ਼ੀ ਕਰ ਲੈ। ਉਹਨਾਂ ਮੇਰੇ ਨਾਲ ਜ਼ਿਆਦਤੀ, ਉਹਨੇ ਕਿਹਾ ਤੂੰ ਟੈਨਸ਼ਨ ਨਾ ਲੈ, ਤੂੰ ਦੇਖ ਤੇ ਸਹੀ ਮੈਂ ਉਹਨਾਂ ਨਾਲ ਕਰਨਾ ਕੀ ਆ। ਉਹਨੇ ਜਨਾਬ ਇੰਜ ਕੀਤਾ ਫਟਾਫਟ ਟਿਕਟ ਲਈ ਤੇ ਪਾਕਿਸਤਾਨ ਆ ਗਿਆ। ਆਪਣੇ ਭਰਾ ਨੂੰ ਕਲਾਵਾ ਮਾਰ ਕੇ ਉਹਨੇ ਕਿਹਾ ਗੱਲ ਸੁਣ ਤੂੰ ਕੋਈ ਗੰਦਾ ਨਹੀਂ ਹੋ ਗਿਆ ਕਿ ਅਗਰ ਤੇਰੇ ਨਾਲ ਕਿਸੇ ਨੇ ਜ਼ਿਆਦਤੀ ਕੀਤੀ ਹੈ ਉਹਨਾਂ ਜ਼ਬਰਦਸਤੀ ਕੀਤੀ ਹੈ, ਤੂੰ ਆਪਣੀ ਜਗ੍ਹਾ ਤੇ ਕਾਇਮ ਰਿਹਾ ਤੇ ਖੁਦਕੁਸ਼ੀ ਤੂੰ ਨਹੀਂ ਖੁਦਕੁਸ਼ੀ ਉਹਨਾਂ ਨੂੰ ਕਰਨੀ ਚਾਹੀਦੀ ਹੈ। ਹੁਣ ਤੂੰ ਫਿਕਰ ਨਾ ਕਰ, ਜੋ ਵੀ ਹੋਵੇਗਾ ਮੈਂ ਜ਼ਿੰਮੇਦਾਰ ਹਾਂ, ਤੂੰ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ। ਉਹਨੇ ਕਿਹਾ ਜੀ ਠੀਕ ਹੈ। ਉਹਨੇ ਜਨਾਬ ਉਹਨਾਂ ਤਰਵਾਂ ਮੁੰਡਿਆਂ ਨੂੰ ਆਖਿਆ ਕਿ ਤੂੰ ਇੰਜ ਕਰ ਇਹਨਾਂ ਨੂੰ ਬੁਲਾ ਕੇ ਤੁਸੀਂ ਫਲਾਣੀ ਜਗ੍ਹਾ ਤੇ ਆਵੋ। ਉਹਨੇ ਜਨਾਬ ਐਸੇ ਤਰ੍ਹਾਂ ਕੀਤਾ, ਉਹਨੇ ਬੁਲਾਇਆ ਉਹਨਾਂ ਤਰਵਾਂ ਮੁੰਡਿਆਂ ਨੂੰ ਤੇ ਅਗੂ ਦਾ ਜਿਹੜਾ ਭਰਾ ਹੈ ਵੱਡਾ ਉਹ ਆਪ ਵੀ ਉੱਥੇ ਆ ਗਿਆ। ਉਹਨੇ ਜਨਾਬ ਅੰਦਰ ਵਾੜ ਕੇ ਉਹਨਾਂ ਨੂੰ ਕਮਰੇ 'ਚ ਵਾਰੀਓ ਵਾਰੀ ਪਿਸਤੌਲ ਉਹਦੇ ਕੋਲ ਸੀ। ਉਹਨੇ ਜਨਾਬ ਉਹਨਾਂ ਦੇ ਹੱਥ ਬੰਨੇ, ਪਹਿਲਾਂ ਹੱਥ ਬੰਨ ਕੇ ਉਹਨੇ ਕੁਰਸੀ ਤੇ ਬਿਠਾ ਸੇ। ਉਹਨੇ ਕਿਹਾ ਹੁਣ ਦੱਸੋ ਹਾਂ ਤੁਸਾਂ ਜਿਹੜਾ ਤਰਵਾਂ ਨੇ ਮੇਰੇ ਜਿਹੜਾ ਭਰਾ ਨਾਲ ਜ਼ਿਆਦਤੀ ਕੀਤੀ ਹੈ, ਮੇਰਾ ਭਰਾ ਬਹੁਤ ਜ਼ਿਆਦਾ ਲਾਇਕ ਆਇਆ, ਇਹਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਜਨਾਬ ਬੜੀਆਂ ਮਾਫੀਆਂ ਮੰਗੀਆਂ। ਉਹਨੇ ਕਿਹਾ ਜੀ ਮਾਫੀ ਤੇ ਤੁਹਾਨੂੰ ਨਹੀਂ ਲੱਭਣੀ, ਜੋ ਮਰਜ਼ੀ ਹੋ ਜੇ, ਕਿਉਂਕਿ ਅਗਰ ਤੁਹਾਨੂੰ ਮਾਫੀ ਲੱਭ ਗਈ ਤਾਂ ਤੁਸੀਂ ਅੱਗੋਂ ਵੀ ਕਿਸੇ ਨਾਲ ਕਰੋਗੇ। ਹੁਣ ਜਿਹੜਾ ਮੈਂ ਜੋ ਵੀ ਤੁਹਾਡੇ ਨਾਲ ਕਰਾਂਗਾ ਉਹ ਮੈਨੂੰ ਪਤਾ ਹੈ। ਉਹਨੇ ਜਨਾਬ ਨਿੱਕੇ ਭਰਾ ਨੂੰ ਆਖਿਆ ਦੱਸ ਇਹਨਾਂ ਨੂੰ ਕੀ ਸਜ਼ਾ ਦੇਣੀ ਹੈ। ਨਿੱਕੇ ਭਰਾ ਨੇ ਆਖਿਆ ਪਾ ਮੈਂ ਜੋ ਕੁਝ ਚਾਹਨਾ ਉਹ ਤੂੰ ਨਹੀਂ ਕਰਨਾ। ਉਹਨੇ ਆਖਿਆ ਜੋ ਤੂੰ ਆਖਨੇ ਉਹ ਇਹਨਾਂ ਨਾਲ ਕਰਾਂਗੇ। ਉਹਨਾਂ ਆਖਿਆ ਪਾ ਗਰਮ ਕਰਕੇ ਰਾੜ ਤੇ ਇਹਨਾਂ ਦੇ ਪਿੱਛੇ ਮੈਂ ਦੇਣਾ। ਉਹਨਾਂ ਆਖਿਆ ਠੀਕ ਹੈ ਜਿਸ ਤਰ੍ਹਾਂ ਤੇਰੀ ਮਰਜ਼ੀ ਹੈ। ਉਹਨਾਂ ਜਨਾਬ ਲਿਆ ਕੇ ਲੋਹੇ ਦਾ ਰਾੜ ਉਹ ਜਨਾਬ ਰੋਂਦੇ ਪਿੱਟਦੇ ਰਹਿ ਗਏ। ਉਹਨਾਂ ਹਾਲੀ ਪਿੱਛੇ ਨਹੀਂ ਉਹਨਾਂ ਦੇ ਅੱਗੇ ਵੀ ਜਿਹੜਾ ਲੋਹੇ ਦੇ ਰਾੜ ਗਰਮ ਕਰਕੇ ਲਾਏ, ਯਾਨੀ ਕਿ ਉਹਨਾਂ ਤਰਵਾਂ ਨੂੰ ਬਿਲਕੁਲ ਖਤਮ ਕਰਨ। ਆਖਿਆ ਹੁਣ ਤੂੰ ਫਿਕਰ ਨਾ ਕਰ, ਹੈ ਵੀ ਹੁਣ ਇਹਨਾਂ ਦਾ ਜਿਹੜਾ ਮਸਲਾ ਉਹ ਹੱਲ ਹੋ ਗਿਆ, ਇਹਨਾਂ ਨੂੰ ਜਾ ਕੇ ਚੁੱਕ ਕੇ ਜਾ ਕੇ ਸਕੂਲ ਦੇ ਅੱਗੇ ਸੱਟ ਕੇ ਆਵਨੇ ਆ। ਉਹਨਾਂ ਕਿਹਾ ਜੀ ਬਿਲਕੁਲ ਠੀਕ ਹੈ। ਉਹਨਾਂ ਜਨਾਬ ਉਹਨਾਂ ਦੇ ਸਾਰਾ ਮਵਾਦ ਖਤਮ ਕਰਕੇ ਜਿਹੜੀ ਉਹਨਾਂ ਜ਼ਿਆਦਤੀ ਕੀਤੀ ਸੀ ਲਿਆ ਕੇ ਉਹਨਾਂ ਜਨਾਬ ਕਾਲਜ ਦੇ ਅੱਗੇ ਸੱਟ ਦਿੱਤਾ। ਜਿਸ ਵੇਲੇ ਰੋਲਾ ਪੈ ਗਿਆ ਕਾਲਜ 'ਚ ਕਿ ਇਹ ਮਸਲਾ ਬਣ ਗਿਆ, ਜ਼ਾਹਰੀ ਗੱਲ ਹੈ ਉਹ ਵੀ ਅੱਗੂ ਡਰੇ ਸੀ, ਉਹਨਾਂ ਨੂੰ ਪਤਾ ਕਿ ਅਸਾਂ ਵੀ ਜ਼ਿਆਦਤੀ ਕੀਤੀ ਸੀ। ਅੱਗੂ ਇਹਨੇ ਇੰਜ ਕੀਤਾ ਕਿ ਆਪਣੇ ਨਿੱਕੇ ਭਰਾ ਨੂੰ ਆਖਿਆ ਕਿ ਤੇਰੀ ਮੈਂ ਡੰਕੀ ਲਵਾਉਣ ਲਿਆ, ਤੂੰ ਤੇ ਇੱਥੋਂ ਨਿਕਲ ਆ ਭਲਕੇ ਤੇਰੇ ਨਾਲ ਕੋਈ ਮਸਲਾ ਨਾ ਹੋ ਜੇ। ਉਹਨੇ ਜਨਾਬ ਉਹਨੂੰ ਉੱਥੋਂ ਜਿਹੜਾ ਨਿੱਕੇ ਭਰਾ ਨੂੰ ਉੱਥੋਂ ਕੱਢ ਦਿੱਤਾ। ਉਹਨੇ ਆਖਿਆ ਤੂੰ ਤੇ ਯੂਰਪ ਉੱਥੇ ਪਹੁੰਚ, ਅੱਗੇ ਮੇਰੇ ਯਾਰ ਦੋਸਤ ਹੈ ਨੇ ਉਹ ਤੈਨੂੰ ਸੰਭਾਲ ਲੈਣਗੇ। ਉਹਨੇ ਜਨਾਬ ਨਿੱਕੇ ਭਰਾ ਨੂੰ ਉੱਥੋਂ ਕੱਢ ਦਿੱਤਾ। ਉਹ ਤੇ ਪਹੁੰਚ ਆਇਆ ਬਾਹਰ ਦੇ ਮੁਲਕ। ਅੱਗੂ ਵੱਡਾ ਭਰਾ ਉੱਥੇ ਪਾਕਿਸਤਾਨ ਹੀ ਸੀ, ਜ਼ਾਹਰੀ ਗੱਲ ਹੈ ਉਹਦੇ ਤੇ ਅੱਗੂ ਉਹਨਾਂ ਦੱਸ ਛੜਿਆ ਸੀ ਮੁੰਡਿਆਂ ਨੇ ਕਿ ਇਸ ਬੰਦੇ ਨੇ ਸਾਨੂੰ ਉੱਥੇ ਬੁਲਾ ਕੇ ਤੇ ਇਸ ਤਰ੍ਹਾਂ ਕੀਤਾ। ਅੱਗੂ ਉਹਨਾਂ ਦੇ ਚੰਗੇ ਭਲੇ ਹੱਥ ਪੈਂਦੇ ਸੀ। ਉਹਨਾਂ ਜਨਾਬ ਫਟਫਟ ਉਹਨੂੰ ਹੱਥ ਪਾ ਲਿਆ। ਜਿਸ ਵੇਲੇ ਹੱਥ ਪਾਇਆ ਉਹਨਾਂ ਆਖਿਆ ਜੀ ਇਹਦੀ ਗ੍ਰਿਫਤਾਰੀ ਨਹੀਂ ਕਰਨੀ, ਇਹਨੂੰ ਜਿਹੜਾ ਸਿੱਧਾ ਅਸਾਂ ਕਤਲ ਹੀ ਕਰਨਾ। ਉਹ ਜਨਾਬ ਉਹਨਾਂ ਰਲ ਰੁਲ ਕੇ ਕਿਸੇ ਬੰਦੇ ਤਗੜੇ ਨਾਲ ਇਹਨੂੰ ਖੜ ਕੇ ਜੰਗਲ ਤੇ ਅਗਲਿਆਂ ਨੇ ਫੈਰ ਮਾਰ ਦਿੱਤਾ ਵੱਡੇ ਭਰਾ ਨੂੰ। ਤੇ ਅਗਲਿਆਂ ਜਿਸ ਵੇਲੇ ਲਾਸ਼ ਲੱਭੀ ਤੇ ਵਿਚਾਰਿਆਂ ਨੂੰ ਜ਼ਾਹਰੀ ਗੱਲ ਹੈ ਟੈਨਸ਼ਨ ਤੇ ਹੋਣੀ ਹੈ, ਰੋ ਪਿੱਟਣ ਲਾਪੇ। ਨਿੱਕਾ ਭਰਾ ਉੱਥੇ ਬਾਹਰ ਆਇਆ ਕਿ ਮੇਰੇ ਵੱਡੇ ਭਰਾ ਨੇ ਮੇਰੀ ਖਾਤਰ ਜਾਨ ਦੇਤੀ, ਇਹਦੇ ਨਾਲ ਬਿਹਤਰ ਸੀ ਕਿ ਮੈਂ ਹੀ ਜਾਨ ਦੇ ਦਿੰਦਾ। ਲੇਕਿਨ ਖੈਰ ਜਿਸ ਤਰ੍ਹਾਂ ਬੱਚੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਉਹਨਾਂ ਦੀ ਜ਼ਾਹਰੀ ਗੱਲ ਹੈ ਗਲਤ ਨਤੀਜੇ ਹੁੰਦੇ ਨੇ। ਜਿਹੜੇ ਬੱਚੇ ਉਹਨਾਂ ਜ਼ਾਹਰੀ ਗੱਲ ਆਪਣੀ ਜ਼ਿੰਦਗੀ ਵੀ ਖਰਾਬ ਕੀਤੀ, ਉਸ ਤੋਂ ਬਾਅਦ ਉਹਦੇ ਭਰਾ ਦੀ ਵੀ ਜਾਨ ਲੈ ਲਈ। ਜ਼ਾਹਰੀ ਗੱਲ ਉਹ ਗੁੱਸੇ ਵਿੱਚ ਆਇਆ ਤੇ ਉਹਨੇ ਉਹ ਕੁਝ ਕਰਨੇ ਸੀ ਜੋ ਕੁਝ ਉਹਨਾਂ ਨੇ ਨਿੱਕੇ ਭਰਾ ਉਹਦੇ ਨਾਲ ਕੀਤੀ ਸੀ। ਇਸ ਤਰ੍ਹਾਂ ਕਦੇ ਵੀ ਨਹੀਂ ਕਰਨਾ ਚਾਹੀਦਾ। ਕੋਸ਼ਿਸ਼ ਕਰੋ ਕਿ ਲਿਮਟ 'ਚ ਰਹਿ ਕੇ, ਛੋਟੀ ਮੋਟੀ ਸ਼ਰਾਰਤ ਹੋਰ ਗੱਲ ਹੈ ਲੇਕਿਨ ਜਿਸ ਵੇਲੇ ਲਿਮਟ ਕ੍ਰਾਸ ਹੁੰਦੀ ਹੈ ਜ਼ਾਹਰੀ ਗੱਲ ਕੋਈ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ। ਬਾਕੀ ਅਗਰ ਇਹ ਕਿ ਮੈਂ ਹਮੇਸ਼ਾ ਤੁਹਾਨੂੰ ਕਹਿਣਾ ਕਿ ਕੋਈ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੇ ਤੇ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਸਿਹਤ ਹੈ ਤੇ ਸਭ ਕੁਝ ਹੈ। ਕੋਈ ਗਲਤੀ ਸ਼ਲਤੀ ਹੋ ਜੇ ਹਮੇਸ਼ਾ ਮੈਂ ਤੁਹਾਨੂੰ ਕਹਿਣਾ ਕਿ ਮਾਫੀ ਚਾਹਨਾ, ਪ੍ਰੋਫੈਸ਼ਨਲੀ ਕੋਸ਼ਿਸ਼ ਕਰਨਾ ਕਿ ਤੁਹਾਡੇ ਵਾਸਤੇ ਅੱਛੀ ਵੀਡੀਓ ਬਣੇ, ਨਾ ਵੀ ਅੱਛੀ ਬਣੇ ਤਾਂ ਵੀ ਲਾਈਕ ਕਰ ਦਿਆ ਕਰੋ। ਬਾਕੀ ਦੁਆਵਾਂ ਯਾਦ ਰੱਖਿਓ, ਆਪਣੀ ਸਿਹਤ ਦਾ ਖਿਆਲ ਰੱਖਿਓ। ਅੱਲਾ ਹਾਫਿਜ਼।